ਪਹਿਲਾਂ ਠੀਕ ਹੈ ਮੋਟਰਸਾਈਕਲ ਤੇ ਵੀ ਘੁੰਮੇ ਆ ਲੇਕਿਨ ਹੁਣ ਕਿੱਥੇ ਗਏ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਨੇ ਉਹ ਸਾਰੀ ਜਿਹੜਾ ਕਪੂਰਥਲਾ ਸ਼ਹਿਰ ਨੂੰ ਡਿਸਟਰਬ ਕਰ ਦਿੱਤਾ ਹੈਗਾ ਕਿ ਰਾਣਾ ਸਾਹਿਬ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਉਹ ਕੋਈ ਜਿੱਤਿਆ ਨਹੀਂ ਜਾ ਸਕਦਾ। ਇਸ ਲੋੜ ਪਈ ਤਾਂ ਅਸੀਂ ਇਹ ਲਈ ਹਾਈ ਕੋਰਟ ਵੀ ਜਾਵਾਂਗੇ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਆ ਇਹ ਹੱਦਬੰਦੀ ਨੂੰ ਇਹ ਵਾਰਡਬੰਦੀ ਨੂੰ ਕੰਡੈਮ ਕਰਦੇ ਹਾਂ ਅਸੀਂ। ਨਿਊਜ਼ 9 ਪੰਜਾਬ ਤੋਂ ਮੈਂ ਹਾਂ ਆਰਤੀ ਔਰ ਅੱਜ ਅਸੀਂ ਹਾਂ ਪੰਜਾਬ ਦੇ ਕਪੂਰਥਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਜੀ ਦੇ ਨਾਲ। ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਪਰਮਜੀਤ ਜੀ, ਡਿਵੈਲਪਮੈਂਟ ਨਹੀਂ ਹੋ ਪਾਈ ਸੜਕਾਂ ਦੀ ਔਰ ਕਾਫੀ ਚੀਜ਼ਾਂ ਦੀ ਡਿਵੈਲਪਮੈਂਟ ਨਹੀਂ ਹੋ ਪਾਈ ਤੇ ਕੀ ਕਹਿੰਦੇ ਹੋ ਉਹਨਾਂ ਬਾਰੇ ਤੁਸੀਂ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਨਿਊਜ਼ 9 ਚੈਨਲ ਦਾ ਕਿ ਤੁਸੀਂ ਅੱਜ ਸਾਡੇ ਕਪੂਰਥਲਾ ਜਿਹੜਾ ਮਹਾਰਾਜਿਆਂ ਦਾ ਸ਼ਹਿਰ ਸੀ ਜਿਹਨੂੰ ਕਿਸੇ ਸਮੇਂ ਪੈਰਿਸ ਕਿਹਾ ਜਾਂਦਾ ਸੀ ਉਹਦੇ ਵਿੱਚ ਤੁਸੀਂ ਅੱਜ ਆ ਕੇ ਜੋ ਉਹਦੇ ਹਾਲਾਤ ਦੇਖੇ ਆ ਤਾਂ ਉਹਦੇ ਸਬੰਧ ਵਿੱਚ ਤੁਸੀਂ ਜੋ ਮੇਰੇ ਨਾਲ ਅੱਜ ਗੱਲਬਾਤ ਕਰਨ ਲਈ ਆਏ ਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹ ਮੈਂ ਜੋ ਵੀ ਗੱਲ ਕਹਿ ਰਿਹਾ ਹੈਗਾ ਇਹ ਤੁਸੀਂ ਆਪ ਬੇਸ਼ੱਕ ਦੇਖ ਵੀ ਆਏ ਹੋਵੋਗੇ, ਤੁਸੀਂ ਜਾ ਕੇ ਵੀ ਮੌਕੇ ਪਰ ਸਾਰਾ ਚੀਜ਼ ਕਪੂਰਥਲੇ ਨੂੰ ਦੇਖ ਸਕਦੇ ਆ ਕਿ ਉਹਦੇ ਕੀ ਹਾਲਾਤ ਨੇ। ਸਾਡੇ ਕਪੂਰਥਲੇ ਦੀ ਮੈਂ ਸਮਝਦਾ ਬਦਕਿਸਮਤੀ ਆ ਬਈ ਸਾਡੇ ਜਿਹੜੇ ਇਸ ਵੇਲੇ ਮੌਜੂਦਾ ਇੱਥੋਂ ਵਿਧਾਇਕ ਨੇ ਰਾਣਾ ਗੁਰਜੀਤ ਸਿੰਘ ਜੀ ਔਰ ਉਹਨਾਂ ਦਾ ਪਰਿਵਾਰ ਉਹ ਆਪ ਲਗਾਤਾਰ ਪਿਛਲੇ 18 ਤੋਂ 20 ਸਾਲ ਤੋਂ ਕਪੂਰਥਲਾ ਸ਼ਹਿਰ ਦੇ ਵਿੱਚ ਨੇ ਔਰ ਲਗਾਤਾਰ ਇੱਥੋਂ ਉਹ 3 ਵਾਰ 4 ਵਾਰ MLA ਬਣੇ ਨੇ, MP ਵੀ ਰਹੇ ਨੇ, ਉਹਨਾਂ ਦੇ ਭਰਜਾਈ ਸਾਹਿਬਾਂ ਉਹਨਾਂ ਦੇ ਮਿਸੇ ਸਾਰੇ MLA ਰਹਿ ਚੁੱਕੇ ਨੇ। ਪਰ ਬਹੁਤ ਹੀ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਜਦੋਂ ਰਾਣਾ ਗੁਰਜੀਤ ਸਿੰਘ ਜੀ ਇੱਥੇ ਫਸਟ ਟਾਈਮ ਆਏ ਸੀ ਤਾਂ ਉਹਨਾਂ ਨੇ ਇਹ ਗੱਲ ਬੜੇ ਜ਼ੋਰ ਦੇ ਨਾਲ ਆਖੀ ਸੀ ਕਿ ਮੈਂ ਕਪੂਰਥਲਾ ਨੂੰ ਪੈਰਿਸ ਬਣਾ ਦਾਂਗਾ ਕਿਉਂਕਿ ਕਪੂਰਥਲਾ ਮਹਾਰਾਜਾ ਜਗਜੀਤ ਸਿੰਘ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਤੇ ਇਸ ਕਰਕੇ ਉਸ ਸਮੇਂ ਜਦੋਂ ਇਹ ਨਵੇਂ ਆਏ ਤੇ ਇਹਨਾਂ ਨੇ ਇਹੀ ਗੱਲ ਕਹੀ ਕਿ ਮੈਂ ਇਹਨੂੰ ਦੁਬਾਰਾ ਪੈਰਿਸ ਬਣਾਵਾਂਗਾ ਤੇ ਪੈਰਿਸ ਜਿਹੜਾ ਬਣਿਆ ਉਹ ਤੁਹਾਡੇ ਸਾਹਮਣੇ ਆ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 20 ਸਾਲ ਤੋਂ ਲਗਾਤਾਰ MLA ਬਣਨ ਦੇ ਬਾਵਜੂਦ 2 ਵਾਰੀ ਸਰਕਾਰ ਵੀ ਰਹਿ ਗਈ, ਮਿਨਿਸਟਰ ਵੀ ਬਣ ਗਏ ਆ, MP ਵੀ ਰਹਿ ਗਏ ਆ ਤੇ ਜੋ ਕਪੂਰਥਲੇ ਦੀਆਂ ਸੜਕਾਂ ਦਾ ਅੱਜ ਹਾਲ ਆ ਮੈਂ ਆਪਣੀ ਲਾਈਫ ਵਿੱਚ ਇਦਾਂ ਦਾ ਕਦੀ ਹਾਲਾਤ ਨਹੀਂ ਦੇਖੇ ਸੀ। ਇਹ ਮੈਂ ਕੋਈ ਗੱਲ ਪਾਰਟੀ ਬਾਜ਼ੀ ਕਰਕੇ ਨਹੀਂ ਕਹਿ ਰਿਹਾ ਕਿ ਉਹ ਮੇਰੇ ਵਿਰੋਧੀ ਪਾਰਟੀ ਦੇ ਨੇ। ਬੇਸ਼ੱਕ ਤੁਸੀਂ ਕਿਸੇ ਵੀ ਸ਼ਹਿਰ ਦੇ ਬੰਦੇ ਆਮ ਲੋਕਾਂ ਦੇ ਨਾਲ ਵੀ ਗੱਲ ਕਰਕੇ ਦੇਖ ਲਓ, ਕੋਈ ਰੋਡ ਤੁਸੀਂ ਲੈ ਲਓ, ਚਾਹੇ ਸਾਡਾ ਬਹੁਤ ਹੀ ਇੱਥੇ ਇੱਕ ਪਵਿੱਤਰ ਜਗ੍ਹਾ ਹੈਗਾ ਬਾਬਾ ਪੀਰ ਜੀਉਦੀਨ ਸਾਹਿਬ ਦਾ ਸਰਕਾਰ ਦਾ ਦਰਬਾਰ ਆ, ਪੀਰ ਚੌਧਰੀ ਜੀ ਕਹਿੰਦੇ ਆ ਔਰ ਉਹਦਾ ਉੱਥੇ ਹਰ ਵੀਰਵਾਰ ਬਹੁਤ ਵੱਡੇ ਪੱਧਰ ਤੇ ਕਪੂਰਥਲਾ ਸ਼ਹਿਰ ਦੀ ਸੰਗਤ ਜਿਹੜੀ ਉੱਥੇ ਜਾਂਦੀ ਸੀ। ਅੱਜ ਉਸ ਰੋਡ ਦਾ ਹਾਲ ਦੇਖ ਲਓ, ਪਿਛਲੇ 3.5 ਸਾਲ ਤੋਂ ਲਗਾਤਾਰ ਲੋਕ ਇਹਨਾਂ ਨੂੰ ਕਹਿ ਰਹੇ ਨੇ ਕਿ ਜੀ ਇਹਨੂੰ ਸੜਕ ਨੂੰ ਬਣਾ ਦਿਓ, ਕੋਈ ਨਹੀਂ ਬਣ ਰਹੀ, ਐਡੇ ਟੋਏ ਪਏ ਨੇ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਟੇਟ ਗੁਰਦੁਆਰਾ ਸਾਹਿਬ ਆ ਕਾਲੇ ਰੋਡ ਆ ਉਹਦੀ ਹਾਲਤ ਦੇਖ ਲਓ, ਕੋਈ ਵੀ ਸ਼ਹਿਰ ਦੀ ਤੁਸੀਂ ਸੜਕ ਲਾ ਲਓ ਸਭ ਸੜਕਾਂ ਟੁੱਟੀਆਂ ਹੋਈਆਂ ਨੇ। ਕੋਈ ਇਹਨਾਂ ਨੇ ਬੜੇ ਵੱਡੇ ਵਾਅਦੇ ਹੋਰ ਕੀਤੇ ਸੀ ਕਿ ਮੈਨੂੰ ਤੁਸੀਂ MLA ਬਣਾਓ, ਮੈਂ ਕਪੂਰਥਲਾ ਦੇ ਵਿੱਚ ਇੰਡਸਟਰੀ ਲੈ ਕੇ ਆਵਾਂਗਾ, ਲੜਕੀਆਂ ਦਾ ਕਾਲਜ ਬਣਾਵਾਂਗਾ, ਧਾਗਾ ਮਿਲ ਲਾਵਾਂਗਾ ਇੱਥੇ ਕਿਉਂਕਿ ਇਹਨਾਂ ਦੀ ਡਿਸਟਿਲਰੀ ਹੈਗੀਆਂ, ਹੋਰ ਬਹੁਤ ਸਾਰੀਆਂ ਫੈਕਟਰੀਜ਼ ਹੈਗੀਆਂ ਨੇ। ਸੋ ਇਹਨਾਂ ਨੇ ਕਿਹਾ ਮੈਂ ਇੱਥੇ ਲੋਕਾਂ ਨੂੰ ਰੁਜ਼ਗਾਰ ਦੇਵਾਂਗਾ। ਪਰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 20 ਸਾਲਾਂ ਦੇ ਵਿੱਚ ਇੱਕ ਵੀ ਬੰਦਾ ਇਹਨਾਂ ਨੇ ਕੋਈ ਜਿਹੜਾ ਕਪੂਰਥਲਾ ਸ਼ਹਿਰ ਦਾ ਹਲਕਾ ਕਪੂਰਥਲਾ ਦਾ ਜਿਹਨੂੰ ਇਹਨਾਂ ਨੇ ਕੋਈ ਨੌਕਰੀ ਲਵਾਇਆ ਹੋਵੇ, ਕਿਸੇ ਦਾ ਕੋਈ ਇਹਨਾਂ ਨੇ ਕੰਮ ਸਵਾਰਿਆ ਹੋਵੇ ਜਾਂ ਕੋਈ ਸ਼ਹਿਰ ਦੇ ਵਿੱਚ ਕੋਈ ਐਸਾ ਵੱਡੇ ਪ੍ਰੋਜੈਕਟ ਲੈ ਕੇ ਆਉਂਦੇ ਹੋਣ ਕਿ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਵੇ। ਇਸ ਟਾਈਮ ਪੰਜਾਬ 'ਚ ਪੂਰਾ ਪੀਕ ਤੇ ਹੈ ਕੋਵਿਡ, ਇਹਦੇ ਬਾਰੇ ਕੀ ਕਹੋਗੇ? ਇਹਦੇ ਬਾਰੇ ਵੀ ਮੈਂ ਇਸ ਜਿੱਥੇ ਪ੍ਰਸ਼ਾਸਨ ਦੀ ਨੈਗਲੀਜੈਂਸੀ ਕਹਿੰਦਾ ਵਾਂ ਉੱਥੇ ਸਭ ਤੋਂ ਵੱਡਾ ਜਿਹੜੀ ਹੈਗੀ ਆ ਇਹ ਸਾਡੇ MLA ਸਾਹਿਬ ਦੀ ਵੀ ਇੱਕ ਨਾਕਾਮੀ ਹੈਗੀ ਮੈਂ ਸਮਝਣਾ ਕਿਉਂਕਿ MLA ਸਾਹਿਬ ਲੋਕਾਂ ਦੀ ਨਬਜ਼ ਪਛਾਣਨੀ ਹੁੰਦੀ ਆ। ਜੋ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਵਾ, ਆਫੀਸਰਸ ਨੂੰ ਕਹਿਣਾ ਵਾ, ਜੋ ਵੀ ਕਰਨਾ ਇਹਨਾਂ ਨੇ ਕਰਨਾ ਵਾ। ਜਦੋਂ ਕੋਵਿਡ ਸ਼ੁਰੂ ਹੋਇਆ ਸੀਗਾ ਤੇ ਜੋ ਸਰਕਾਰ ਨੇ ਬਹੁਤ ਸਖਤੀ ਕੀਤੀ ਔਰ ਸਾਰੀਆਂ ਪਾਰਟੀਆਂ ਨੇ, ਕੱਲਾ ਇਹ ਨਹੀਂ ਕਿ ਕਾਂਗਰਸ ਪਾਰਟੀ ਨੇ, ਸ਼੍ਰੋਮਣੀ ਅਕਾਲੀ ਦਲ ਨੇ, ਆਮ ਆਦਮੀ ਪਾਰਟੀ ਨੇ, ਜਿੰਨੀਆਂ ਜਾਂ NGO ਸੀਗੀਆਂ, ਹੋਰ ਲੋਕ ਸੀਗੇ, ਉਹ ਆਪਣੇ ਘਰਾਂ ਤੋਂ ਬਾਹਰ ਆ ਕੇ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕੀਤੀ ਆ। ਸੈਨੀਟਾਈਜ਼ ਵੀ ਕੀਤਾ, ਲੋਕਾਂ ਨੇ ਕਿੱਟਾਂ ਦਿੱਤੀਆਂ ਗਈਆਂ ਤੇ ਰਾਣਾ ਗੁਰਜੀਤ ਸਿੰਘ ਜੀ ਨੇ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਸ਼ੁਰੂਆਤ ਇਸ ਵੇਲੇ ਕੀਤੀ ਇਹਦੀ ਤੇ ਆਪਣੀ ਜਿਹੜੀ ਡਿਸਟਿਲਰੀ ਆ ਉੱਥੋਂ ਇਹਨਾਂ ਨੇ ਉੱਥੋਂ ਟੈਂਕਰ ਮੰਗਾ ਕੇ ਤੇ ਉਹ ਤਾਂ ਹੁਣ ਹੋਰ ਕਹਾਣੀ ਲੋਕ ਦੂਜੇ ਪਾਸੇ ਵੀ ਲੈ ਕੇ ਗੱਲ ਚੱਲ ਰਹੀ ਆ। ਪਰ ਚਲੋ ਮੈਂ ਅੱਜ ਉਸ ਵਿਸ਼ੇ ਤੇ ਗੱਲ ਨਹੀਂ ਕਰਾਂਗਾ ਕਿ ਕੀ ਹੋਇਆ ਉਹਨਾਂ ਦਿਨਾਂ ਦੇ ਦਰਮਿਆਨ ਜਿਹੜਾ ਸੀ ਸੈਨੀਟਾਈਜ਼ ਕਰਨ ਦੇ ਆੜ ਦੇ ਵਿੱਚ ਕੀ ਕੁਝ ਹੋਇਆ ਸ਼ਹਿਰ ਦੇ ਵਿੱਚ, ਉਹਦੇ ਬਾਰੇ ਅਸੀਂ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰ ਚੁੱਕੇ ਹਾਂ। ਸੋ ਫਿਰ ਕਿਤੇ ਟਾਈਮ ਮਿਲਿਆ ਮੈਂ ਫਿਰ ਵੀ ਦੱਸਾਂਗਾ। ਸੋ ਸੈਨੀਟਾਈਜ਼ ਉਸ ਵੇਲੇ ਕੀਤਾ ਜ਼ਰੂਰ ਇਹਨਾਂ ਨੇ, ਲੇਕਿਨ ਅੱਜ ਮੈਂ ਸਮਝਣਾ ਸਭ ਤੋਂ ਵੱਡੀ ਜ਼ਰੂਰਤ ਜਿਹੜੀ ਸੀ ਅੱਜ ਸੈਨੀਟਾਈਜ਼ ਕਰਨ ਦੀ ਹੈਗੀ ਆ। ਅੱਜ ਜਿਸ ਪੀਕ ਤੇ ਸਾਡਾ ਪੰਜਾਬ, ਖਾਸ ਤੌਰ ਤੇ ਮੈਂ ਕਪੂਰਥਲੇ ਸ਼ਹਿਰ ਦੀ ਗੱਲ ਕਰ ਲਾਂ, ਕਪੂਰਥਲੇ ਹਲਕੇ ਦੀ ਗੱਲ ਕਰ ਲਾਂ
ਤੇ ਬਹੁਤ ਜਿਹੜਾ ਸਾਡਾ ਡੈਥ ਰੇਟ ਹੈ ਉਹ ਬਹੁਤ ਵੱਧ ਗਿਆ ਹੈਗਾ ਕੋਵਿਡ, ਡਿਊ ਟੂ ਕੋਵਿਡ। ਔਰ ਉਹਦਾ ਕਰਕੇ ਕੋਈ ਨਗਰ ਜਿਹੜੀ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਬਣਨ ਜਾ ਰਹੀ ਆ, ਇਹਨਾਂ ਵੱਲੋਂ ਕਿਤੇ ਵੀ ਸੈਨੀਟਾਈਜ਼ ਨਹੀਂ ਕੀਤਾ ਜਾ ਰਿਹਾ। ਕੋਈ ਇਹਨਾਂ ਦਾ ਅੱਜ ਟੈਂਕਰ ਨਹੀਂ ਕਿਤੇ ਦਿਖ ਰਿਹਾ, ਕਿਤੇ ਰਾਣਾ ਗੁਰਜੀਤ ਸਿੰਘ ਜੀ ਦੁਬਾਰਾ ਲੱਭੇ ਨਹੀਂਗੇ ਉਸ ਤੋਂ ਬਾਅਦ ਜਦੋਂ ਦਾ ਪੀਕ ਟਾਈਮ ਹੋਇਆ ਵਾ। ਮੈਂ ਕਿਤੇ ਨਹੀਂ ਦੇਖਿਆ। ਪਹਿਲਾਂ ਠੀਕ ਆ ਮੋਟਰਸਾਈਕਲ ਤੇ ਵੀ ਘੁੰਮੇ ਆ, ਲੇਕਿਨ ਹੁਣ ਕਿੱਥੇ ਗਏ? ਜਦੋਂ ਅੱਜ ਲੋੜ ਹੈਗੀ ਲੋਕਾਂ ਨੂੰ ਕਿ ਰਾਣਾ ਗੁਰਜੀਤ ਸਿੰਘ ਜੀ ਅੱਜ ਇੱਥੇ ਆਉਣ, ਅੱਜ ਉੱਥੇ ਸ਼ਹਿਰ ਦੇ ਵਿੱਚ ਜਾ ਕੇ ਉਹਨਾਂ ਮਹੱਲਿਆਂ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਉੱਥੇ ਜਿੱਥੇ ਇਹ ਪ੍ਰੋਬਲਮ ਹੈਗੀ ਆ ਉੱਥੇ ਸੈਨੀਟਾਈਜ਼ ਕਰਾਉਣ, ਡਾਕਟਰਸ ਦੀ ਟੀਮ ਨੂੰ ਨਾਲ ਲੈ ਕੇ ਜਾਣ, ਡੀਸੀ ਸਾਹਿਬ ਨੂੰ ਪੂਰਾ ਜ਼ੋਰ ਦੇ ਕੇ ਆਖਣ ਕਿ ਇਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ। ਸਰਵ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈਗੀ ਆ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਲੋਕ ਇਕੱਠੇ ਹੋ ਕੇ ਕੋਈ ਨਾ ਕੋਈ ਇਹਦਾ ਹੱਲ ਕਰ ਸਕਦੇ ਆ। ਔਰ ਕਿੰਨੇ ਸਾਲਾਂ ਤੋਂ ਹੀ ਇੱਥੇ ਨਸ਼ਾ ਬਹੁਤ ਜ਼ਿਆਦਾ ਕਪੂਰਥਲੇ 'ਚ, ਕੀ ਲੱਗਦਾ ਤੁਹਾਨੂੰ ਉਹਦੇ ਬਾਰੇ? ਦੇਖੋ, ਆਪਾਂ ਸਾਰੇ ਜਾਣਦੇ ਹਾਂ ਕਿ ਜਿਸ ਸਮੇਂ ਪਿਛਲੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਸ ਹੋਈਆਂ ਉਸ ਸਮੇਂ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਸਾਹਿਬ, ਜਿਨ੍ਹਾਂ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਔਰ ਉਹ ਪੰਜਾਬ ਦੇ ਲੋਕਾਂ ਦੇ ਨਾਲ ਬੜੇ ਵੱਡੇ ਵਾਅਦੇ ਕੀਤੇ। ਸਭ ਤੋਂ ਵੱਡਾ ਵਾਅਦਾ ਇਹ ਕੀਤਾ ਸੀ ਕਿ ਮੈਂ ਜਿਹੜਾ ਸਰਕਾਰ ਬਣਨ ਦੇ 1 ਮਹੀਨੇ ਦੇ ਅੰਦਰ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਾ ਦਾਂਗਾ। ਤੇ ਅੱਜ ਦੇਖ ਲਓ 4 ਸਾਲ ਦੇ ਕਰੀਬ ਹੋਣ ਜਾ ਰਹੇ ਨੇ ਤੇ ਜੋ ਪੰਜਾਬ ਦੇ ਹਾਲਾਤ ਆ ਉਹ ਵੀ ਤੁਹਾਡੇ ਸਾਹਮਣੇ ਆ। ਤੇ ਜੇ ਮੈਂ ਕਪੂਰਥਲੇ ਦੀ ਗੱਲ ਕਰ ਲਵਾਂ ਤੇ ਕਪੂਰਥਲਾ ਤਾਂ ਜਿਹੜਾ ਮੈਂ ਸਮਝਣਾ ਕਿ ਇਹ ਨਸ਼ੇ ਦੀ ਮੰਡੀ ਬਣ ਗਿਆ। ਦੂਰੋਂ ਦੂਰੋਂ ਲੋਕ ਜਿਹੜੇ ਨੇ ਕਪੂਰਥਲਾ ਦੇ ਵਿੱਚ ਇੱਥੋਂ ਡਰੱਗਸ ਲੈਣ ਵਾਸਤੇ ਆਉਂਦੇ ਨੇ। ਸ਼ਰਾਬ ਦਾ ਤਾਂ ਅੰਤ ਹੀ ਕੋਈ ਨਹੀਂ ਹੈ ਜੀ। ਜਿੰਨੇ ਹੁਣ ਦੇਖੋ ਤਰਨਤਾਰਨ ਦੇ ਅੰਦਰ, ਬਟਾਲੇ ਦੇ ਅੰਦਰ ਸਾਰੇ ਕਿੰਨੀਆਂ ਡੈਥ ਜਿਹੜੀਆਂ ਡਿਊ ਟੂ ਜਿਹੜੀ ਹੈਗੀ ਆ ਇਲੀਸਿਟ ਲਿਕਰ ਜਿਹੜੀ ਸੀ ਉਹਨਾਂ ਦਾ ਕਰਕੇ ਉਹ ਸਾਰਾ ਇੰਨਾ ਕੁਝ ਹੋਇਆ, ਕਿੰਨੀਆਂ ਮੌਤਾਂ ਹੋਈਆਂ। ਔਰ ਅਸੀਂ ਜਿਸ ਵੇਲੇ ਉਹ ਭਾਣਾ ਵਾਪਰਿਆ ਵਾ ਉਹਦੇ ਸਬੰਧ ਵਿੱਚ ਅਸੀਂ ਉਸੇ ਵੇਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੇ। ਅਸੀਂ ਉਸ ਦੇ ਵਿੱਚ ਪੂਰਾ ਇਹ ਦੱਸਿਆ ਕਿ ਆਹ ਬੰਦੇ ਜਿਹੜੇ ਕਾਂਗਰਸ ਦੇ ਨਾਲ ਸੰਬੰਧਿਤ ਆਗੂ ਨੇ ਉਹ ਇਹ ਸ਼ਰਾਬ ਦਾ ਕੰਮ ਕਰ ਰਹੇ ਨੇ, ਬੜੀ ਵੱਡੀ ਪੱਧਰ ਤੇ ਕਰ ਰਹੇ ਨੇ। ਉਹ ਪੁਲਿਸ ਦੀ ਨੂੰ ਸਾਰਾ ਇਸ ਬਾਰੇ ਪਤਾ। ਬਾਰ-ਬਾਰ ਦੱਸਣ ਦੇ ਬਾਵਜੂਦ ਜਿਹੜੇ ਪਹਿਲੇ ਐਸਐਸਪੀ ਰਹੇ ਆ, ਇਹ ਹੁਣ ਨਵੇਂ ਆਏ ਆ, ਜਿਹੜੇ ਤੋਂ ਪਹਿਲੇ ਰਹੇ ਮੇਰਾ ਖਿਆਲ ਅਸੀਂ 10 ਵਾਰੀ ਉਹਨਾਂ ਨੂੰ ਇਸ ਸੰਬੰਧ ਵਿੱਚ ਮਿਲੇ ਹੋਵਾਂਗੇ ਕਿ ਆਹ ਬੰਦੇ ਕੰਮ ਕਰ ਰਹੇ ਆ, ਇੱਥੇ ਕੰਮ ਹੋ ਰਿਹਾ, ਕੋਈ ਕਾਰਵਾਈ ਨਹੀਂ ਹੋਈ ਕਿਸੇ। ਇਹ ਸਾਰਾ ਜਿਹੜਾ ਵਾ ਪੋਲੀਟੀਕਲ ਪ੍ਰੈਸ਼ਰ ਦੇ ਕਰਕੇ, ਰਾਣਾ ਗੁਰਜੀਤ ਸਿੰਘ ਉਹਨਾਂ ਦਾ ਪ੍ਰੈਸ਼ਰ ਹੋਣ ਕਰਕੇ ਪ੍ਰਸ਼ਾਸਨ ਦੇ ਉੱਤੇ ਕੋਈ ਵੀ ਪੁਲਿਸ ਵਾਲਾ ਉਹਨਾਂ ਇਲਾਕਿਆਂ ਦੇ ਵਿੱਚ ਮੂੰਹ ਨਹੀਂ ਕਰਨ ਨੂੰ ਤਿਆਰ। ਉਹਨਾਂ ਦਾ ਕੋਈ ਲੀਡਰ ਨਹੀਂ ਫੜਿਆ ਜਾ ਰਿਹਾ। 100 ਪੇਟੀ 200 ਪੇਟੀ ਜਿਹੜੀ ਬਾਕਸ ਸ਼ਰਾਬ ਦਾ ਵਾ ਉਹ ਵੇਚ ਰਹੇ ਨੇ। ਇਲੀਗਲ ਜਿਹੜਾ ਹੈਗਾ ਉਹ ਹਾਤੇ ਚਲਾ ਰਹੇ ਨੇ। ਸਾਰਾ ਕੁਝ ਹੋ ਰਿਹਾ, ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ। ਤੇ ਕਿੰਨੀਆਂ ਡੈਥ ਜਿਹੜੀਆਂ ਹੈਗੀਆਂ ਨੇ ਉਹ ਡਿਊ ਟੂ ਤੁਹਾਡੇ ਜਿਹੜਾ ਚਿੱਟਾ ਜਿਹਨੂੰ ਕਹਿੰਦੇ ਆਪਾਂ ਉਹਦੇ ਨਾਲ ਹੋਈਆਂ ਨੇ। ਔਰ ਸ਼ਰਾਬ ਦੇ ਨਾਲ ਕਿੰਨੇ ਲੋਕ ਮਰ ਰਹੇ ਨੇ, ਕਿਸੇ ਦਾ ਕੋਈ ਧਿਆਨ ਨਹੀਂ ਹੈਗਾ। ਸੋ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਖਾਸ ਤੌਰ ਤੇ ਕਪੂਰਥਲਾ ਪ੍ਰਸ਼ਾਸਨ ਦੇ ਮਾਨਯੋਗ ਜਿਹੜੇ ਐਸਐਸਪੀ ਨਵੇਂ ਆਏ ਨੇ ਉਹਨਾਂ ਨੂੰ ਵੀ ਰਿਕੁਐਸਟ ਕਰਨੀ ਚਾਹਾਂਗਾ ਕਿ ਕਿਰਪਾ ਕਰਕੇ ਤੁਸੀਂ ਇਸ ਗੱਲ ਵੱਲ ਖਾਸ ਧਿਆਨ ਦੇ ਦਿਓ ਕਿ ਕਿੰਨਾ ਕਪੂਰਥਲੇ ਦੇ ਅੰਦਰ ਜਿਹੜਾ ਕਿਹੜਾ ਪਿੰਡ ਵਾ ਜਿੱਥੇ ਸ਼ਰਾਬ ਨਹੀਂ ਵਿਕ ਰਹੀ ਔਰ ਵੇਚ ਕੌਣ ਰਹੇ ਨੇ। ਉਸ ਜਿਹੜੇ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਬੰਦੇ ਆ ਉਹ ਸਾਰੇ ਸ਼ਰਾਬ ਵੇਚ ਰਹੇ ਨੇ, ਉਹ ਸਾਰੇ ਨਸ਼ਾ ਕਰ ਰਹੇ ਨੇ। ਦੜਾ ਜਿਹਨੂੰ ਕਹਿੰਦੇ ਦੜਾ ਸੱਟਾ ਕੋਈ ਲੱਗਦਾ ਜੀ, ਉਹ ਸਾਰਾ ਸ਼ਹਿਰ ਦੇ ਅੰਦਰ ਲੋਟਰੀ ਸਿਸਟਮ ਹੈਗਾ, ਉਹ ਸਾਰਾ ਲੱਗ ਰਿਹਾ। ਅਸੀਂ ਬਕਾਇਦਾ ਤੌਰ ਤੇ ਐਸਐਸਪੀ ਕਪੂਰਥਲਾ ਨੂੰ ਲਿਖਤੀ ਇਹ ਸਾਰਾ ਦਿੱਤਾ ਔਰ ਲਿਸਟ ਦਿੱਤੀ ਬਕਾਇਦਾ ਲੋਕਾਂ ਦੀ ਕਿ ਆਹ ਲੋਕ ਨੇ ਜਿਹੜੇ ਕੰਮ ਕਰ ਰਹੇ ਨੇ, ਲੇਕਿਨ ਪੁਲਿਸ ਵੱਲੋਂ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸੋ ਮੈਂ ਸਮਝਦਾ ਕਿ ਕੈਪਟਨ ਸਾਹਿਬ ਨੂੰ ਖਾਸ ਤੌਰ ਤੇ ਕਪੂਰਥਲਾ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਬਹੁਤ ਖਾਸ ਨੇੜੇ ਦੇ ਸਾਥੀ ਆ। ਸੋ ਇਸ ਕਰਕੇ ਸ਼ਾਇਦ ਪਤਾ ਨਹੀਂ ਕਿਉਂ ਨਹੀਂ ਇੱਧਰ ਧਿਆਨ ਦੇਣਾ ਚਾਹੀਦਾ ਕਿਉਂਕਿ ਬਹੁਤ ਉਹਨਾਂ ਲੋਕਾਂ ਨੂੰ ਪਤਾ ਜਿਨ੍ਹਾਂ ਦੇ ਬੱਚੇ ਵਿਚਾਰੇ ਜਵਾਨੀ ਵਿੱਚ ਚਲੇ ਜਾਂਦੇ ਨੇ। ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਚਲੇ ਗਏ ਨੇ, ਘਰਾਂ ਦੇ ਘਰ ਜਿਹੜੇ ਬਰਬਾਦ ਹੋ ਗਏ ਨੇ ਔਰ ਹੋਏ ਸਾਰਾ ਕੁਝ ਨਸ਼ੇ ਕਰਕੇ ਆ। ਪੁਲਿਸ ਨੂੰ ਸਾਰਾ ਪਤਾ, ਪੁਲਿਸ ਨੂੰ ਸਾਰਾ ਕੁਝ ਪਤਾ ਕਿਹੜਾ ਬੰਦਾ ਕਿੱਥੇ ਵੇਚ ਰਿਹਾ, ਕੀ ਕਰ ਰਿਹਾ ਹੈਗਾ, ਲੇਕਿਨ ਕੋਈ ਕਾਰਵਾਈ ਨਹੀਂ ਹੋ ਰਹੀ। ਇਲੈਕਸ਼ਨ ਆ ਰਹੇ ਨੇ ਹੁਣ ਜਿਹੜੇ ਜੀ, ਤੇ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਜੀ, ਕੀ ਤਿਆਰੀ ਕੀਤੀ ਹੋਣੀ ਉਹਨਾਂ ਨੇ ਔਰ ਕੀ ਇਸ ਟਾਈਮ ਕੁਝ ਚੇਂਜ ਵੀ ਹੋਇਆ ਕੁਝ? ਹਾਂਜੀ ਜੀ ਜੀ ਉਹ ਇੱਦਾਂ ਜੀ ਕਿ ਜਿਹੜੀ ਸਾਡੀ ਕਪੂਰਥਲਾ ਪਹਿਲਾਂ ਨਗਰ ਕੌਂਸਲ ਸੀ, ਇਹਦੇ ਵਿੱਚ 29 ਵਾਰਡ ਸੀਗੇ ਤੇ 29 ਵਾਰਡ ਸਫੀਸ਼ੀਐਂਟ ਸੀ ਕਿਉਂਕਿ ਕਪੂਰਥਲਾ ਛੋਟਾ ਜਿਹਾ ਸ਼ਹਿਰ ਆ ਔਰ ਜਿੰਨੀ ਕੋਈ ਪਾਪੂਲੇਸ਼ਨ ਉਹਦੇ ਅਕੋਰਡਿੰਗਲੀ 29 ਵਾਰਡ ਬਣੇ ਹੋਏ ਸੀਗੇ ਤੇ ਨਗਰ ਕੌਂਸਲ ਵਧੀਆ ਢੰਗ ਦੇ ਨਾਲ ਇੱਥੇ ਕੰਮ ਕਰ ਰਹੀ ਸੀ, ਕੋਈ ਇਦਾਂ ਦੀ ਗੱਲ ਨਹੀਂ। ਲੇਕਿਨ ਪਤਾ ਨਹੀਂ ਇਹਨਾਂ ਨੂੰ ਰਾਣਾ ਗੁਰਜੀਤ ਸਿੰਘ ਨੂੰ ਕੀ ਮਹਿਸੂਸ ਹੋਇਆ ਜਾਂ ਇਹਨਾਂ ਦੇ ਚਹੇਤਿਆਂ ਨੂੰ ਕੀ ਲੱਗਾ ਔਰ ਇਹਨਾਂ ਨੇ ਕਿਹਾ ਕਿ ਕਾਰਪੋਰੇਸ਼ਨ ਬਣਾ ਦੇਣੀ ਆ। ਕਾਰਪੋਰੇਸ਼ਨ ਠੀਕ ਆ, ਚਲੋ ਇਹ ਵੀ ਚੰਗੀ ਗੱਲ ਆ, ਸ਼ਹਿਰ ਦੀ ਡਿਵੈਲਪਮੈਂਟ ਹੋਰ ਹੋਣੀ ਚਾਹੀਦੀ ਆ, ਲੇਕਿਨ ਉਹ ਜਿਹੜੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਜਦੋਂ ਕਾਰਪੋਰੇਸ਼ਨ ਬਣਨੀ ਆ ਤੇ ਜਿਹੜਾ ਇੰਟੀਰੀਅਰ ਪਾਰਟ ਤੋਂ ਇਲਾਵਾ ਜਿਹੜੀਆਂ ਨਾਲ ਦਾ ਦੇ ਹੋਰ ਅਡਜ਼ਾਈਨਿੰਗ ਸੀ ਏਰੀਆਜ਼ ਉਹ ਲੈਣੇ ਚਾਹੀਦੇ ਸੀਗੇ ਜੀ। ਇਹਨਾਂ ਨੇ ਕਿਸੇ ਵੀ ਪਾਸੇ ਜਿੱਦਾਂ ਹੁਣ ਜਲੰਧਰ ਰੋਡ ਦੀ ਗੱਲ ਕਰ ਲਈਏ
ਤੇ ਇਹ ਸਿਰਫ ਜਿਹੜੀ ਪਹਿਲੀ ਉਹਦੀ ਹੱਦਬੰਦੀ ਸੀ ਜਿੱਥੋਂ ਤੱਕ ਨਗਰ ਕੌਂਸਲ ਦੀ ਉੱਥੇ ਤੱਕ ਗਏ ਆ, ਜਦ ਕਿ ਇਹਨਾਂ ਨੂੰ ਗਾਂ ਸਾਇੰਸ ਸਿਟੀ ਤੱਕ ਜਾਣਾ ਚਾਹੀਦਾ ਸੀ। ਘੱਟੋ ਘੱਟ ਸ਼ੇਖੂਪੁਰ ਵਾਲੀ ਸਾਈਡ ਗੱਲ ਕਰ ਲਈ ਜਾਂ ਸੁਲਤਾਨਪੁਰ ਰੋਡ ਆ ਤੇ ਨਾਲ ਲੱਗਦੇ 1-2 ਪਿੰਡ ਲੈ ਲੈਣੇ ਚਾਹੀਦੇ ਜਿੱਦਾਂ ਫਗਵਾੜੇ ਵਾਲਿਆਂ ਨੇ ਕੀਤਾ। ਜਾਣੀ ਕਿ ਜਿਹੜਾ ਸ਼ਹਿਰ ਹੈਗਾ ਉਹ ਤਾਂ ਪਹਿਲਾਂ ਇੱਥੇ ਡਿਵੈਲਪਮੈਂਟ ਆਲਰੇਡੀ ਚੱਲ ਰਹੀ ਹੋਇਆ ਜੋ ਕੁਝ ਕਰਨ ਵਾਲਾ ਸੀਗਾ, ਤੇ ਇਹਨਾਂ ਨੇ ਕੋਈ ਵੀ ਉਹ ਨਵਾਂ ਏਰੀਆ ਜਿਹੜਾ ਉਹਦੇ ਵਿੱਚ ਲਿਆ ਨਹੀਂ ਹੈਗਾ ਜੀ। ਪੁਰਾਣੇ ਏਰੀਏਜ਼ ਨੇ ਕੀ ਕੀਤਾ ਕਿ ਰਾਣਾ ਗੁਰਜੀਤ ਸਿੰਘ ਹੁਣਾਂ ਨੇ ਤੇ ਇਹਨਾਂ ਦੇ ਜਿਹੜੇ ਚਹੇਤੇ ਨੇ ਜਾਂ ਜਿਹੜੇ ਸੰਭਾਵੀ ਉਮੀਦਵਾਰ ਨੇ ਜਿਨ੍ਹਾਂ ਨੇ ਇਲੈਕਸ਼ਨ ਲੜਨੀਆਂ ਆਉਣ ਵਾਲੀਆਂ, ਉਹਨਾਂ ਦੇ ਕਹਿਣ ਉੱਤੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਾਡੇ ਸਾਰੇ ਸੀਨੀਅਰ ਕਾਉਂਸਲਰ ਸੀਗੇ, ਜਿਹੜੇ ਲਗਾਤਾਰ 4-4 ਵਾਰੀ ਬੰਦੇ ਆ ਰਹੇ ਆ, ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਸੀ, ਤਾਂ ਹੀ ਉਹ ਲੋਕ 4-4 ਵਾਰੀ ਬਣਾ ਰਹੇ ਸੀਗੇ ਜੀ। ਔਰ ਉਹਨਾਂ ਦੇ ਵਾਰਡਾਂ ਨੂੰ ਇੰਨੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕੀਤਾ ਵਾ ਕਿ ਇੱਕ ਵਾਰਡ ਦੇ ਵਿੱਚੋਂ 4-4 ਵਾਰਡਾਂ ਪੌਕਟ ਬਣਾਤੀਆਂ ਹੈਗੀਆਂ। ਸੋ ਉਹ ਬਹੁਤ ਇੱਕ ਗਲਤ ਇਹਨਾਂ ਨੇ ਕੰਮ ਕੀਤਾ ਹੈਗਾ। ਉਹਦਾ ਨਕਸ਼ਾ ਜਿਹੜਾ ਬਣ ਕੇ ਕਪੂਰਥਲਾ ਜੀ ਅੱਜ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਲੱਗਾ ਵਾ, ਉਹ 'ਤੇ ਇਤਰਾਜ਼ ਦੇਣੇ ਹੁੰਦੇ ਆ। ਕੱਲ ਅਸੀਂ ਇੱਥੇ ਸਾਰੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਾਰੀ ਲੀਡਰਸ਼ਿਪ ਇਕੱਠੀ ਹੋਈ ਸੀ, ਸੀਨੀਅਰ ਕਾਉਂਸਲਰ ਸਾਰੇ ਆਏ ਸੀਗੇ। ਅਸੀਂ ਪ੍ਰੈਸ ਕਾਨਫਰੰਸ ਵੀ ਕੱਲ ਵੀ ਕੀਤੀ ਸੀ, ਔਰ ਉਹ ਨਕਸ਼ਾ ਜਿਹੜਾ ਉਹ ਤੋਂ ਬਿਲਕੁਲ ਪਤਾ ਹੀ ਨਹੀਂ ਲੱਗਦਾ ਕਿਹੜਾ ਵਾਰਡ ਕਿਵੇਂ ਬਣਿਆ ਕੀ ਨਹੀਂ ਬਣਿਆ। 50 ਵਾਰਡ ਬਣਾਤੇ ਆ, ਲੇਕਿਨ ਉਹਨਾਂ ਨੂੰ ਕੋਈ ਉਹਨਾਂ ਦੀ ਕੰਟੀਨਿਊਟੀ ਜਿਹੜੀ ਹੈ, ਸਭ ਤੋਂ ਜਿਹੜਾ ਇੱਕ ਰੂਲ ਹੁੰਦਾ ਹੱਦਬੰਦੀ ਦਾ, ਵਾਰਡਬੰਦੀ ਦਾ, ਉਹਦੇ ਵਿੱਚ ਜਿਹੜੀ ਕੰਟੀਨਿਊਟੀ ਹੈ ਵਾਰਡ ਦੀ ਉਹ ਬਹੁਤ ਰਹਿਣੀ ਜ਼ਰੂਰੀ ਹੁੰਦੀ ਆ ਕਿ ਜਿੱਥੋਂ ਵਾਰਡ ਸ਼ੁਰੂ ਕੀਤੀ ਆ ਉੱਥੋਂ ਸ਼ੁਰੂ ਹੋ ਕੇ ਸਾਰਾ ਬਲਾਕ ਦਾ ਬਲਾਕ ਇੱਦਾਂ ਘੁੰਮ ਕੇ ਉੱਥੇ ਆਣ ਕੇ ਐਂਡ ਹੋਣਾ ਹੁੰਦਾ। ਇਹਨਾਂ ਨੇ ਉਹ ਛੱਡ ਕੇ ਦੂਜੇ ਪਾਸਿਓਂ ਜਨਰਲ ਵੋਟਾਂ ਐਸੀ 'ਚ ਪਾਤੀਆਂ, ਐਸੀ ਵਾਲੀਆਂ ਉੱਧਰ ਪਾਤੀਆਂ। ਬੁਰੀ ਤਰ੍ਹਾਂ ਦੇ ਨਾਲ ਇਹਨਾਂ ਨੇ ਉਹ ਸਾਰੀ ਜਿਹੜਾ ਕਪੂਰਥਲਾ ਸ਼ਹਿਰ ਨੂੰ ਡਿਸਟਰਬ ਕਰ ਦਿੱਤਾ ਹੈਗਾ। ਸੋ ਉਹਦੇ ਲਈ ਅਸੀਂ ਕੱਲ ਈਓ ਸਾਹਿਬ ਨੂੰ ਕਿਹਾ ਵਾ, ਕਮਿਸ਼ਨਰ ਸਾਡੇ ਜਿਹੜੇ ਚਾਬਾ ਸਾਹਿਬ ਉਹਨਾਂ ਨੂੰ ਮੈਂ ਟੈਲੀਫੋਨ ਤੇ ਗੱਲ ਕੀਤੀ ਆ। ਅਸੀਂ ਆਪਣੇ ਇਤਰਾਜ਼ ਵੀ ਦੇ ਰਹੇ ਹਾਂ ਔਰ ਉਹਦੇ ਲਈ ਸਾਡੀ ਸਾਰਿਆਂ ਦੀ ਅਸੀਂ ਸਖਤੀ ਦੇ ਨਾਲ ਮੈਂ ਸਮਝਣਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਆ, ਇਹ ਹੱਦਬੰਦੀ ਨੂੰ, ਇਹ ਵਾਰਡਬੰਦੀ ਨੂੰ ਕੰਡੈਮ ਕਰਦੇ ਹਾਂ ਅਸੀਂ। ਔਰ ਇਹਦੇ ਲਈ ਅਸੀਂ ਲੋਕਲ ਬਾਡੀ ਮਿਨਿਸਟਰ ਸਾਹਿਬ ਤੱਕ ਵੀ ਅਪਰੋਚ ਕਰਾਂਗੇ, ਔਰ ਇਨ ਕੇਸ ਲੋੜ ਪਈ ਤਾਂ ਅਸੀਂ ਇਹ ਲਈ ਹਾਈ ਕੋਰਟ ਵੀ ਜਾਵਾਂਗੇ। ਕਿਉਂਕਿ ਇਹਦੇ ਵਿੱਚ ਦੇਖੋ ਜਿਹੜੇ ਸੋਸ਼ਲ ਵਰਕਰ ਨੇ, ਲੋਕ ਨੇ, ਉਹਨਾਂ ਦਾ ਜਿਹੜੇ ਵਿਚਾਰੇ ਸੇਵਾ ਕਰਨੀ ਚਾਹੁੰਦੇ ਆ, ਉਹਨਾਂ ਨੇ ਜਿੱਥੋਂ ਕਰਨੀ ਚਾਹੁੰਦੇ ਉਹਨਾਂ ਦਾ ਸਾਰਾ ਏਰੀਆ ਖਰਾਬ ਕਰਕੇ ਰੱਖ ਦਿੱਤਾ ਹੈਗਾ ਆਪਣੇ ਬੰਦੇ ਜਿਤਾਉਣ ਕਰਕੇ। ਲੇਕਿਨ ਇਹਨਾਂ ਚੀਜ਼ਾਂ ਦੇ ਨਾਲ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਰਾਣਾ ਸਾਹਿਬ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਰਾਣਾ ਸਾਹਿਬ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਉਹ ਕੋਈ ਜਿੱਤਿਆ ਨਹੀਂ ਜਾ ਸਕਦਾ। ਲੋਕਾਂ ਦੇ ਦਿਲ ਜਿੱਤਣੇ ਪੈਂਦੇ ਆ। ਠੀਕ ਹੈ, ਤੁਸੀਂ 3.5 ਸਾਲ ਹੋ ਗਏ, ਦੱਸੋ ਤੁਸੀਂ ਕਪੂਰਥਲੇ ਦੇ ਅੰਦਰ ਕਿਹੜਾ ਕੰਮ ਕੀਤਾ, ਕੀ ਕੰਮ ਕੀਤਾ? ਆਪਾਂ ਸਾਰੇ ਇਹ ਗੱਲ ਸਮਝਦੇ ਹਾਂ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ ਜੀ, ਇਹ ਲੋਕਾਂ ਦੀ ਵੈਲਫੇਅਰ ਵਾਸਤੇ ਹੁੰਦੀਆਂ ਨੇ, ਗਰੀਬ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਸੁਣਨ ਵਾਸਤੇ ਹੁੰਦੀਆਂ ਨੇ। ਪਰ ਮੈਨੂੰ ਬਹੁਤ ਅਫਸੋਸ ਹੋ ਰਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗਰੀਬ ਲੋਕਾਂ ਦੀ ਸੇਵਾ ਵਾਸਤੇ ਔਰ ਕਿਸਾਨਾਂ ਦੀ ਆਵਾਜ਼ ਉਠਾਈ, ਮੋਰਚੇ ਲਾਏ, ਬਹੁਤ ਕੁਝ ਕੀਤਾ, ਤੇ ਉਹਨਾਂ ਨੇ ਹੀ ਆਪਣੀ ਜਦੋਂ ਵੀ ਸਾਡੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੀ ਆ, ਤੇ ਉਹਨਾਂ ਨੇ ਹਮੇਸ਼ਾ ਹੀ ਜਿੱਥੇ ਕਿਸਾਨਾਂ ਦੀ ਗੱਲ ਕੀਤੀ, ਉੱਥੇ ਗਰੀਬਾਂ ਦੀ ਗੱਲ ਕੀਤੀ, ਉੱਥੇ ਉਹਨਾਂ ਨੇ ਮਜ਼ਦੂਰਾਂ ਦੀ ਗੱਲ ਕੀਤੀ, ਉੱਥੇ ਵਪਾਰੀਆਂ ਦੀ ਗੱਲ ਕੀਤੀ, ਸਾਰਿਆਂ ਦਾ ਜੋ ਬਣਦਾ ਉਹਨਾਂ ਦੇਣ ਦੀ ਕੋਸ਼ਿਸ਼ ਕੀਤੀ। ਤੇ ਪਿਛਲੀ ਸਰਕਾਰ ਦੇ ਵਿੱਚ ਬਾਦਲ ਸਾਹਿਬ ਨੇ ਗਰੀਬ ਪਰਿਵਾਰਾਂ ਵਾਸਤੇ ਉਹਨਾਂ ਨੇ ਜੋ ਸ਼ਗਨ ਸਕੀਮਾਂ ਸ਼ੁਰੂ ਕੀਤੀਆਂ, ਗਰੀਬ ਬੱਚਿਆਂ ਦੀ ਪੜ੍ਹਾਈ ਫ੍ਰੀ ਕੀਤੀ, ਉਹਦੇ ਸੰਬੰਧ ਵਿੱਚ ਉਹਨਾਂ ਨੇ ਜਿਹੜੇ ਨੀਲੇ ਕਾਰਡ ਕਿ ਸਾਡਾ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਜਿਹੜਾ ਉਹ ਭੁੱਖਾ ਨਾ ਸੋਵੇ ਉਹਨੂੰ, ਕਿਉਂਕਿ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਸਾਰੇ ਲੋਕ ਐਸੇ ਸੀਗੇ ਜਿਹੜਾ ਵਿਚਾਰੇ ਰੋਟੀ ਵੀ ਨਹੀਂ ਖਾ ਸਕਦੇ ਕਿ ਇੰਨੀ ਗਰੀਬੀ, ਅੱਤ ਦਰਜੇ ਦੀ ਗਰੀਬੀ ਸੀ ਉਹਨੂੰ, ਕਿਉਂਕਿ ਉਹ ਸਰਪੰਚ ਵੀ ਰਹੇ ਤੇ ਸਰਪੰਚੀ ਤੋਂ ਉੱਠ ਕੇ ਮੁੱਖ ਮੰਤਰੀ ਬਣੇ, ਤੇ ਉਹਨਾਂ ਨੂੰ ਸਾਰੇ ਹਾਲਾਤਾਂ ਦਾ ਪਤਾ ਸੀ। ਸੋ ਉਹਨਾਂ ਨੇ ਗਰੀਬ ਲੋਕਾਂ ਦੀ ਨਬਜ਼ ਨੂੰ ਸਮਝਦੇ ਹੋਏ ਉਹਨਾਂ ਨੇ ਉਹਨਾਂ ਦੇ ਜਿਹੜੀ ਆਵਾਜ਼ ਸੀ, ਉਹਨਾਂ ਦੀਆਂ ਭਾਵਨਾਵਾਂ ਨੂੰ ਤਰਜਮਾਨੀ ਉਹਨਾਂ ਦੇ ਕਰਦੇ ਹੋਏ ਉਹਨਾਂ ਨੇ ਨੀਲੇ ਕਾਰਡ ਬਣਵਾਏ। ਉਹ ਸਾਰੇ ਨੀਲੇ ਕਾਰਡਾਂ 'ਤੇ ਆਪਾਂ ਦੇਖਿਆ ਕਿ ਕਿਵੇਂ ਲੋਕਾਂ ਨੂੰ ਕਣਕ ਮਿਲ ਰਹੀ ਸੀ, ਕਿਵੇਂ ਲੋਕ ਖੁਸ਼ ਸੀਗੇ ਸਾਰੇ। ਇਹਨਾਂ ਨੇ ਕੀ ਕੀਤਾ ਕਿ ਜਦੋਂ ਸਰਕਾਰ ਬਣੀ ਆ, ਇਹਨਾਂ ਨੇ ਆਪਣੇ ਚਹੇਤੇ, ਆਪਣੇ ਜਿਹੜੇ ਸਰਪੰਚ ਸੀ, ਐਕਸ ਸਰਪੰਚ ਸੀਗੇ ਜਾਂ ਕੌਂਸਲਰ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਖੁਸ਼ ਕਰਨ ਦਾ ਕਰਕੇ ਕਿ ਜਿਨ੍ਹਾਂ ਨੇ ਅਕਾਲੀ ਦਲ ਨੂੰ ਵੋਟਾਂ ਪਾਈਆਂ ਉਹਨੂੰ ਘੱਟ ਦਿਓ, ਜਿਹੜੇ ਆਪਣੇ ਆ ਉਹਨਾਂ ਨੂੰ ਐਡ ਕਰਨਾ। ਕਿਵੇਂ ਕਰਨਾ? ਉਹ ਲਈ ਇੱਕ ਇਹਨਾਂ ਨੇ ਸਰਵੇ ਕਰਾਤਾ, ਆਪਣੇ ਤੌਰ 'ਤੇ ਇਹਨਾਂ ਸਰਵੇ ਕਰਾ ਕੇ ਸਾਰੇ ਪੰਜਾਬ ਦੇ ਵਿੱਚ ਹਲਕਾ ਵਾਈਜ਼ ਸਰਵੇ ਕਰਾ ਕੇ ਉਹਦੇ ਵਿੱਚੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਲੋਕ ਸੀਗੇ, ਵਿਚਾਰਿਆਂ ਨੇ ਗਰੀਬ ਲੋਕਾਂ ਨੂੰ ਕੀ ਹੈਗਾ ਉਹਨਾਂ ਦੀ ਵੋਟ, ਜਿਹਨੂੰ ਜਿਹੜਾ ਬੰਦਾ ਉਹਨਾਂ ਦੀ ਸੇਵਾ ਕਰ ਰਿਹਾ ਉਹਨੂੰ ਉਹਨਾਂ ਨੇ ਵੋਟ ਪਾਉਣੀ ਆ, ਉਹ 'ਤੇ ਇਹਨਾਂ ਨੇ ਉਹਨਾਂ ਦੇ ਸਾਰੇ ਕਾਰਡ ਜਿਹੜੇ ਆ ਉਹਨਾਂ ਦੇ ਜਾਂ ਪਰਿਵਾਰਾਂ ਦੇ ਨਾਂ ਡਿਲੀਟ ਕਰ ਦਿੱਤੇ ਵਿੱਚੋਂ ਦੇ, ਜਾਂ ਪੂਰਾ ਕਾਰਡ ਹੀ ਜਿਹੜਾ ਸੀਗਾ ਉਹ ਖਤਮ ਕਰਤਾ, ਆਪਣੇ ਬੰਦੇ ਦੇ ਜਿਹੜੇ ਬਣਾਤੇ। ਪਰ ਬੜੇ ਅਫਸੋਸ ਦੀ ਗੱਲ ਆ ਕਿ ਅਸੀਂ ਕਪੂਰਥਲਾ ਦੀ ਜੇ ਮੈਂ ਗੱਲ ਕਰ ਲਾਂ ਤਾਂ ਅਸੀਂ ਘੱਟੋ ਘੱਟ 5 ਵਾਰੀ DC ਕਪੂਰਥਲਾ ਨੂੰ ਮਿਲ ਚੁੱਕੇ ਹਾਂ,
ਔਰ ਉਹਦੇ ਵਿੱਚ ਅਸੀਂ ਬਕਾਇਦਾ ਹੁਣ ਸਾਰੇ ਪਿੰਡਾਂ 'ਚੋਂ ਸਾਨੂੰ ਸ਼ਿਕਾਇਤ ਆ ਰਹੀ ਜੀ ਸਾਡੇ ਨਾਂ ਕੱਟ ਦਿੱਤੇ ਆ ਜੀ, ਸਾਨੂੰ ਕਣਕ ਨਹੀਂ ਮਿਲੀ ਜੀ, ਉਹਨਾਂ ਨੂੰ ਮਿਲ ਗਈ ਆ। ਮੈਂ ਫਿਰ ਡੀਸੀ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੂੰ ਦੱਸਿਆ, ਲਿਖਤੀ ਤੌਰ ਤੇ ਦੱਸਿਆ ਕਿ ਆਹ ਕੀਤਾ ਗਿਆ ਵਾ ਜੀ, ਇੰਨੇ ਇਸ ਪਿੰਡ ਦੇ ਅਸੀਂ ਲਿਸਟਾਂ ਬਣਾ ਕੇ ਬਕਾਇਦਾ ਡਿਪਟੀ ਕਮਿਸ਼ਨਰ ਕਪੂਰਥਲਾ ਸਾਹਿਬਾਂ ਨੂੰ ਦਿੱਤੀਆਂ ਵਾ। ਲੇਕਿਨ ਪਰ ਬੜੇ ਅਫਸੋਸ ਦੀ ਗੱਲ ਆ ਕਿ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਪ੍ਰੈਸ਼ਰ ਹੋਣ ਕਰਕੇ, ਪੋਲੀਟੀਕਲ ਪ੍ਰੈਸ਼ਰ ਹਨ, ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ। ਉਹ ਜਿੱਦਾਂ ਚੈਨਲ ਹੁੰਦਾ, ਤੁਸੀਂ ਡੀਐਫਸੀ ਸਾਹਿਬ ਕੋਲ ਚਲ ਜਾਓ ਜੀ, ਮੈਂ ਮਾਰਕ ਕਰ ਦਿੰਦਾ, ਡੀਐਫਸੀ ਕਹਿੰਦੇ ਤੁਸੀਂ ਏਐਫਐਸ ਕੋਲ ਚਲ ਜਾਓ, ਏਐਫਐਸ ਕਹਿ ਰਿਹਾ ਤੁਸੀਂ ਇੰਸਪੈਕਟਰ ਕੋਲ ਚਲ ਜਾਓ, ਇੰਸਪੈਕਟਰ ਕਹਿ ਰਿਹਾ ਕਲਰਕ ਕੋਲ ਚਲ ਜਾਓ। ਉੱਥੇ ਦਾ ਉੱਥੇ ਪਰਨਾਲਾ ਜਿਹੜਾ ਉੱਥੇ ਦਾ ਉੱਥੇ ਆ। ਸੋ ਇਹ ਬਹੁਤ ਇੱਕ ਗਰੀਬ ਲੋਕਾਂ ਦੇ ਨਾਲ ਧੱਕਾ ਵਾ ਜੀ। ਉਹਦੇ ਵਾਸਤੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ, ਔਰ ਖਾਸ ਤੌਰ ਤੇ ਜੇ ਕੈਪਟਨ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ, ਉਹ ਵੀ ਕਿਤੇ ਸਾਡੇ ਕਪੂਰਥਲਾ ਦੀ ਆਵਾਜ਼ ਸੁਣ ਲੈਣ। ਸਾਰੇ ਪੰਜਾਬ ਵਿੱਚ ਇਹ ਪ੍ਰੋਬਲਮ, ਸਾਰੇ ਪਾਸੇ ਉਹਨਾਂ ਲੋਕਾਂ ਦੇ ਕਾਰਡ ਕੱਟੇ ਗਏ ਜਿਨ੍ਹਾਂ ਨੇ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਈ ਆ, ਕਿ ਇਹ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਬਹੁਤ ਬੇਇਨਸਾਫੀ ਆ, ਬੜਾ ਧੱਕਾ ਵਾ, ਖਾਸ ਤੌਰ ਤੇ ਗਰੀਬ ਲੋਕਾਂ ਦੇ ਨਾਲ। ਸੋ ਉਹਨਾਂ ਦੇ ਕਾਰਡ ਜਿਹੜੇ ਉਹ ਬਣਾਏ ਜਾਣ। ਆਉਣ ਵਾਲੇ ਜਿਹੜੇ ਇਲੈਕਸ਼ਨ ਹੈ, ਜੇ ਤੁਸੀਂ ਉਹਨਾਂ ਵਿੱਚੋਂ ਲੈ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਬਤੌਰ ਕੌਂਸਲਰ ਵੀ ਰਿਹਾ ਮੈਂ ਇੱਥੋਂ, ਤੇ ਨਗਰ ਕੌਂਸਲ ਕਪੂਰਥਲਾ ਦਾ ਪ੍ਰੈਜ਼ੀਡੈਂਟ ਵੀ ਰਿਹਾ ਵਾਂ। ਸੋ ਮੈਂ ਇਹ ਨਹੀਂ ਕਿ ਕੋਈ ਮੈਂ ਵੱਧ ਚੜ੍ਹ ਕੇ ਬਹੁਤ ਗੱਲ ਕਰ ਰਿਹਾ ਹੈਗਾ, ਕਿ ਤੁਸੀਂ ਪਤਾ ਵੀ ਕਰ ਸਕਦੇ ਆ ਕਿ ਸਾਡੀ ਟਰਨਿਓਰ ਦੇ ਦਰਮਿਆਨ ਤੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਅਸੀਂ ਆਪ ਲੋਕਾਂ ਕੋਲ ਭੱਜ ਕੇ ਜਾ ਕੇ, ਮੇਰੇ 'ਚ ਇੰਨੀ એનર્ਜੀ, ਇੰਨਾ ਚਾਹ ਸੀ ਸਾਨੂੰ ਕੰਮ ਕਰਨ ਦਾ, ਕਿ ਆਪ ਜਾ ਕੇ ਕਹਿਣਾ ਕਿ ਆਹ ਕੰਮ ਇੱਦਾਂ ਪੂਰੇ ਕੰਮ ਕਰਾਏ ਜਿਹੜੇ ਹੋ ਸਕਦੇ। ਠੀਕ ਹੈ ਜੀ। ਲੇਕਿਨ ਠੀਕ ਹੈ, ਕਿਉਂਕਿ ਡਿਵੈਲਪਮੈਂਟ ਇੱਕ ਐਸਾ ਮੁੱਦਾ ਹੈਗਾ ਕਿ ਇਹਦਾ ਕੋਈ ਐਂਡ ਨਹੀਂ ਹੁੰਦਾ। ਸੜਕਾਂ ਬਣਦੀਆਂ ਟੁੱਟਦੀਆਂ ਸਾਰਾ ਚੱਲਦਾ, ਲੇਕਿਨ 4-4 ਸਾਲ ਥੋੜੀ ਸੜਕਾਂ ਟੁੱਟੀਆਂ ਰਹਿ ਸਕਦੀਆਂ ਹੈਗੀਆਂ। ਠੀਕ ਹੈ। ਸੋ ਇਸ ਕਰਕੇ ਸਾਡਾ ਸਭ ਤੋਂ ਵੱਡੀ ਪ੍ਰਾਇੋਰਟੀ ਇਹ ਹੋਗੀ ਕਿ ਸਾਡੀ ਜਿਹੜੀ ਕਾਰਪੋਰੇਸ਼ਨ ਬਣ ਜਾ ਰਹੀ ਆ, ਉਹਦੇ ਕੋਲ ਕਾਫੀ ਫੰਡਸ ਆ ਜਾਂਦੇ ਆ, ਜੇ ਕਿਰਪਾ ਹੋਵੇ ਤਾਂ ਫੰਡ ਆ ਜਾਣ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਦੇਖੋ ਲੋਕਾਂ ਨੂੰ ਕੀ ਚਾਹੀਦਾ ਹੈਗਾ, ਰੋਡ ਵਧੀਆ ਚਾਹੀਦੇ ਹੈਗੇ ਆ, ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ਼ ਚਾਹੀਦਾ ਹੈਗਾ, ਜਿਹੜੀਆਂ ਸਾਡੀ ਸਟਰੀਟ ਲਾਈਟਸ ਨੇ ਉਹ ਪ੍ਰੋਪਰ ਚਾਹੀਦੀਆਂ ਹੈਗੀਆਂ, ਤੇ ਬਾਕੀ 90% ਲੋਕਾਂ ਦੇ ਤਾਂ ਕੰਮ ਉੱਦਾਂ ਹੀ ਹੋ ਜਾਂਦੇ ਹੁੰਦੇ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਸਿਰਫ ਆਮ ਲੋਕੀ ਸਿਰਫ 3-4 ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੀਆਂ ਬੇਸਿਕ ਨੈਸੈਸਿਟੀਜ਼ ਨੇ ਜਿਹੜੀਆਂ ਲੋਕਾਂ ਦੀਆਂ, ਉਹ ਇਹੀ ਹੁੰਦੀਆਂ ਨੇ ਕਿ ਉਹਨਾਂ ਨੂੰ ਰੋਡ ਵਧੀਆ ਮਿਲ ਜਾਣ, ਔਰ ਉਹਨਾਂ ਦੇ ਜਿਹੜਾ ਹੈਗਾ ਸਟਰੀਟ ਲਾਈਟ ਸਾਰੀਆਂ ਵਧੀਆ ਹੋਵੇ, ਪੀਣ ਵਾਲਾ ਪਾਣੀ ਵਧੀਆ ਹੋ ਜਾਵੇ। ਇਹ ਤਿੰਨਾਂ ਚੌਂ ਚੀਜ਼ਾਂ ਨੂੰ ਅਸੀਂ ਪਹਿਲਾਂ ਹੀ ਪ੍ਰਾਇੋਰਟੀ ਬਹੁਤ ਦਿੱਤੀ ਸੀ। ਪਹਿਲਾਂ ਵੀ ਸਾਡੇ ਮੇਰੇ ਵੇਲੇ ਬਹੁਤ ਪੰਪ ਲੱਗੇ ਸੀ, ਪਾਣੀ ਦੇ ਵਾਟਰ ਸਪਲਾਈ ਦੇ ਅਸੀਂ ਪੰਪ ਲਾਏ। ਅੱਜ ਬਹੁਤ ਪਾਣੀ ਸਾਰੇ ਸ਼ਹਿਰ 'ਚ ਪੂਰਾ ਪਾਣੀ ਸੀਗਾ, ਕੋਈ ਗੱਲ ਨਹੀਂ। ਲੇਕਿਨ ਹੁਣ ਜਿੱਦਾਂ ਆਬਾਦੀ ਵੱਧ ਜਾਂਦੀ ਆ ਤਾਂ ਉਸ ਜਗ੍ਹਾ 'ਤੇ ਫਿਰ ਨਵਾਂ ਲਾਉਣਾ ਪੈਂਦਾ। ਇਹਨਾਂ ਨੂੰ ਲਾਉਣੇ ਚਾਹੀਦੇ ਹੈਗੇ ਆ। ਸਰਕਾਰ ਬਣਨੀ ਹੈ ਜਿਸ ਵੇਲੇ ਸਾਡੀ ਹੁਣ 2022 ਦੇ ਵਿੱਚ ਇਲੈਕਸ਼ਨ ਹੋਣੀ ਆ, ਤੇ ਸਾਨੂੰ ਪੂਰਾ ਇਸ ਵੇਲੇ ਮਾਣ ਆ ਔਰ ਸਾਨੂੰ ਭਰੋਸਾ ਵਾ ਕਿ ਜਿਸ ਤਰ੍ਹਾਂ ਦੇ ਨਾਲ ਸਾਡੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪੂਰੀ ਦਿਨ ਰਾਤ ਇੱਕ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ, ਚਾਹੇ ਸੀਨੀਅਰ ਆ, ਚਾਹੇ ਉਹ ਯੂਥ ਅਕਾਲੀ ਦਲ ਆ, ਚਾਹੇ ਐਸਸੀ ਵਿੰਗ ਆ, ਸਾਰੇ ਵਿੰਗ ਇਕੱਠੇ ਹੋ ਕੇ ਪੂਰੇ ਜਾਣੀ ਕਿ ਧੜੱਲੇ ਦੇ ਨਾਲ ਇਹ ਗੱਲ ਕਰ ਰਹੇ ਨੇ ਔਰ ਪੂਰਾ ਜ਼ੋਰ ਲਾ ਰਹੇ ਨੇ। ਤੇ ਸਾਰੇ ਲੋਕਾਂ ਦਾ ਜਿਹੜੀ ਆਵਾਮ ਦੀ ਜਿਹੜੀ ਆਵਾਜ਼ ਵੀ ਹੈ ਇਸ ਵੇਲੇ ਉਹ ਪੂਰੀ, ਕਿਉਂਕਿ ਲੋਕ ਪਿਛਲੇ 10 ਸਾਲ ਦਾ ਜਿਹੜਾ ਬਾਦਲ ਸਾਹਿਬ ਦਾ ਰਾਜ ਭਾਗ ਜਿਹੜਾ ਲੋਕਾਂ ਨੇ ਹੰਡਾਇਆ ਵਾ, ਭੋਗਿਆ ਵਾ, ਉਹ ਲੋਕ ਅੱਜ ਬਾਦਲ ਸਾਹਿਬ ਨੂੰ ਫਿਰ ਯਾਦ ਕਰ ਰਹੇ ਨੇ। ਤੇ ਸਾਡੀ ਸਰਕਾਰ ਬਣਨ ਤੇ ਜਿੱਥੇ ਪੰਜਾਬ ਦੀ ਡਿਵੈਲਪਮੈਂਟ ਬਹੁਤ ਵੱਡੇ ਪੱਧਰ ਜਿੱਦਾਂ ਪਹਿਲਾਂ ਹੋਈ, ਅੱਜ ਤੁਸੀਂ ਦੇਖ ਲਓ ਜਿੰਨੀਆਂ ਵੱਡੀਆਂ ਰੋਡਸ ਹੈਗੀਆਂ, ਚਾਹੇ ਬਠਿੰਡਾ ਪਠਾਨਕੋਟ ਜਾਣਾ, ਚਾਹੇ ਤੁਸੀਂ ਜਿੱਧਰ ਨੂੰ ਜਾ ਰਹੇ ਆ, ਕਿਹੜੇ ਵੱਡੇ ਰੋਡ ਬਣੇ, ਕਿੰਨਾ ਇਨਫਰਾਸਟ੍ਰਕਚਰ ਹੋਇਆ। ਸੋ ਉਹ ਉਹਨਾਂ ਨੇ ਕਰਨਾ। ਅਸੀਂ ਕਪੂਰਥਲੇ ਦੇ ਅੰਦਰ, ਮੈਂ ਹਲਕਾ ਕਪੂਰਥਲਾ ਦਾ ਸੇਵਾਦਾਰ ਹੋਣ ਦੇ ਨਾਤੇ ਤੇ ਮੈਂ ਆਪਣੇ ਹਲਕਾ ਕਪੂਰਥਲਾ ਦੇ ਸਾਰੇ ਜਿੰਨੇ ਸਾਡੇ ਮੇਰੇ ਵੀਰ ਕਿਤੇ ਸੁਣ ਰਹੇ ਹੋਣਗੇ ਇਸ ਚੈਨਲ ਦੇ ਜ਼ਰੀਏ, ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਕਪੂਰਥਲਾ ਨੂੰ ਵਾਕਿਆ ਇਹ ਦੱਸਾਂਗੇ ਕਿ ਕਿਸ ਤਰ੍ਹਾਂ ਕੰਮ ਹੁੰਦੇ ਨੇ, ਕਿੱਦਾਂ ਤੁਹਾਡੀਆਂ ਰੋਡ ਬਣਨੀਆਂ ਚਾਹੀਦੀਆਂ, ਕਿੱਦਾਂ ਤੁਹਾਡੀਆਂ ਸਟਰੀਟ ਲਾਈਟ ਹੋਣੀਆਂ ਚਾਹੀਦੀਆਂ, ਕੀ ਤੁਹਾਡਾ ਸਾਰੀਆਂ ਜੋ ਉਹਨਾਂ ਨੇ, ਕਿਉਂਕਿ ਅਸੀਂ ਇੱਕ ਕੌਂਸਲਰ ਦੇ ਲੈਵਲ ਤੋਂ ਮੈਂ ਉੱਠਿਆ ਵਾਂ ਤੇ ਮੈਨੂੰ ਕੱਲੀ ਵਾਰਡ ਦਾ, ਕੱਲੀ ਗਲੀ ਦਾ ਪਤਾ, ਕੱਲੇ ਲੋਕਾਂ ਦੀ ਪ੍ਰੋਬਲਮ ਦਾ ਪਤਾ ਵਾ ਕਿ ਲੋਕ ਕੀ ਚਾਹੁੰਦੇ ਨੇ। ਸੋ ਰਾਣਾ ਸਾਹਿਬ ਨੂੰ 20 ਸਾਲ ਹੋ ਗਏ, ਚਾਹੀਦਾ ਤਾਂ ਉਹਨਾਂ ਨੂੰ ਵੀ ਇਦਾਂ ਹੀ ਸੀਗਾ, ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਕੋਈ ਵੀ ਸ਼ਹਿਰ ਦੇ ਵਿੱਚ ਕੰਮ ਨਹੀਂ ਹੋਇਆ। ਪਰਮਜੀਤ ਜੀ, ਨਿਊਜ਼ 9 ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਵੀ ਕਪੂਰਥਲਾ ਆਏ ਆ ਤੇ ਸਾਡੇ ਨਾਲ ਤੁਸੀਂ ਗੱਲਬਾਤ ਕੀਤੀ। ਬਹੁਤ ਧੰਨਵਾਦ ਜੀ, ਸ਼ੁਕਰੀਆ।